ਆਰ ਕੇ ਨਾਰਾਇਣ ਦੀ ਕਹਾਣੀ ਦੂਜੀ ਰਾਏ ਦਾ ਅਗਲਾ ਹਿੱਸਾ। ਇਹ ਪੜਛੱਤੀ ਵੱਡੇ ਕਮਰੇ 'ਚ ਛੱਤ ਤੋਂ ਥੋੜ੍ਹੀ ਹੇਠਾਂ ਲੱਕੜ ਦੀ ਬਣੀ ਸੀ। ਇਸ 'ਤੇ ਸਹੀ ਨਿਸ਼ਾਨਾ ਬਣ ਕੇ ਕੋਈ ਵੀ ਬੇਕਾਰ ਚੀਜ਼ ਸੁੱਟੀ ਜਾ ਸਕਦੀ ਸੀ। ਇੱਥੇ ਪਹੁੰਚ ਕੇ ਉਸ ਚੀਜ਼ ਦਾ ਵਜੂਦ ਹੀ ਗਾਇਬ ਹੋ ਜਾਂਦਾ ਸੀ। ਜੇ ਕਿਸੇ ਚੀਜ਼ ਦੀ ਲੋੜ ਪੈਂਦੀ ਤਾਂ ਪੌੜੀ ਲਾ ਕੇ ਇਹ 'ਤੇ ਚੜ੍ਹਿਆ ਜਾਂਦਾ, ਕੁੱਬਾ ਹੋ ਕੇ ਬੈਠ ਕੇ ਹੌਲੀ ਹੌਲੀ ਚੀਜ਼ਾਂ ਭਾਲਣੀਆਂ ਪੈਂਦੀਆਂ। ਕਦੇ ਕਦੇ ਸਫਾਈ ਕਰਨ ਦੇ ਉਦੇਸ਼ ਨਾਲ ਇਹ 'ਤੇ ਚੜ੍ਹਿਆ ਜਾਂਦਾ, ਪਰ ਇਸ ਵੇਲੇ ਕਈ ਸਾਲਾਂ ਤੋਂ ਅਜਿਹਾ ਕੋਈ ਕੰਮ ਨਹੀਂ ਕੀਤਾ ਗਿਆ ਸੀ। ਹਾਲਾਂਕਿ ਸਮਾਨ ਇਸ ਉੱਪਰ ਸੁੱਟਿਆ ਹੀ ਜਾਂਦਾ ਰਿਹਾ ਸੀ। ਪਹਿਲਾਂ ਮਾਂ ਹੱਟੇ ਕੱਟੇ ਬੰਦੇ ਨੂੰ ਛਾਂਟ ਕੇ 'ਤੇ ਚੜ੍ਹਾਉਂਦੀ ਅਤੇ ਲੋੜ ਦੀ ਕੋਈ ਚੀਜ਼ ਜਿਵੇਂ ਕੋਈ ਭਾਂਡਾ, ਮਾਂ ਆਪਣੇ ਵਿਆਹ ਸਮੇਂ ਕਈ ਸਾਲਾਂ ਪਹਿਲਾਂ ਨਵੀਂ ਨੂੰਹ ਦੇ ਰੂਪ 'ਚ ਜੋ ਬਹੁਤ ਸਾਰੇ ਤਾਂਬੇ ਅਤੇ ਪਿੱਤਲ ਦੇ ਭਾਂਡੇ ਲਿਆਈ ਸੀ, ਉਹ ਸਾਰੇ ਇਸ ਪੜਛੱਤੀ 'ਤੇ ਹੀ ਰੱਖੇ ਗਏ ਸੀ। ਕਢਵਾਉਂਦੀ ਜਾਂ ਉਹਨਾਂ ਨੂੰ ਸਾਫ਼ ਕਰਦੀ। ਇਹ ਤੋਂ ਇਲਾਵਾ ਉਸ 'ਤੇ ਲੇਜ਼ਰ ਰਜਿਸਟਰ, ਬੇਕਾਰ ਲੈਂਪ, ਟੁੱਟਾ ਫਰਨੀਚਰ, ਕੱਪੜਿਆਂ ਦੀਆਂ ਪੰਡਾਂ, ਚਟਾਈਆਂ, ਕੰਬਲ ਅਤੇ ਹੋਰ ਪਤਾ ਨਹੀਂ ਕੀ ਆਲਤੂ ਫਾਲਤੂ ਸਮਾਨ ਭਰਿਆ ਸੀ। ਅਤੇ ਜਦੋਂ ਮਾਂ 'ਤੇ ਸਫਾਈ ਦਾ ਭੂਤ ਸਵਾਰ ਹੁੰਦਾ ਤਾਂ ਮੈਨੂੰ ਡਰ ਲੱਗਣ ਲੱਗਦਾ, ਕਿਉਂਕਿ ਉਹ ਸਦਾ ਮੈਨੂੰ ਵੀ ਇਸ ਕੰਮ 'ਚ ਲਾ ਦਿੰਦੀ ਸੀ। ਪਹਿਲਾਂ ਤਾਂ ਮੈਂ ਉਹਦੀ ਸਹਾਇਤਾ ਕਰਦਾ ਰਿਹਾ, ਫਿਰ ਮੈਂ ਬਚਣਾ ਸ਼ੁਰੂ ਕਰ ਦਿੱਤਾ। ਉਹ ਮੈਨੂੰ ਸੁਣਾ ਕੇ ਕਹਿੰਦੀ, ਜਦੋਂ ਉਹ ਜਿੰਦਾ ਸਨ ਤਦ ਉਹਨਾਂ ਦੇ ਹੁਕਮ 'ਤੇ ਸਾਰੇ ਕੰਮੀ ਲੱਗ ਜਾਂਦੇ ਸਨ। ਤਦ ਮੈਂ ਬੜੇ ਆਰਾਮ ਨਾਲ ਸਾਰਾ ਕੰਮ ਕਰਵਾ ਲਿਆ ਕਰਦੀ ਸੀ। ਅਤੇ ਜਦੋਂ ਮਾਂ ਇੰਜ ਉੱਥੇ ਖੜੀ ਹੱਥ ਚੁੱਕ ਕੇ ਸ਼ਿਕਾਇਤ ਕਰਦੀ, ਤਦ ਮੈਂ ਫਰਾਰ ਹੋ ਜਾਣ 'ਚ ਭਲਾਈ ਸਮਝਦਾ। ਮੈਂ ਕਮਰਾ ਬੰਦ ਕਰਕੇ ਬੈਠ ਜਾਂਦਾ ਅਤੇ ਜਦੋਂ ਉਹਦੀ ਆਵਾਜ਼ ਆਉਣੀ ਬੰਦ ਹੋ ਜਾਂਦੀ, ਉਦੋਂ ਹੀ ਬਾਹਰ ਨਿਕਲਦਾ। ਉਹ ਇੱਕ ਥਾਂ ਠਹਿਰ ਨਹੀਂ ਸਕਦੀ ਸੀ। ਇੱਕ ਕਮਰੇ ਤੋਂ ਦੂਜੇ ਕਮਰੇ ਘੁੰਮਦੀ ਰਹਿੰਦੀ ਅਤੇ ਹਰ ਕੋਨੇ 'ਚ ਦੇਖਦੀ ਜਾਂਦੀ ਕਿ ਕੀ ਪਿਆ। ਕਦੇ ਉਹਨੂੰ ਸ਼ੱਕ ਹੁੰਦਾ ਨੌਕਰਾਣੀ ਸੌਂ ਤਾਂ ਨਹੀਂ ਗਈ, ਤਾਂ ਕਈ ਏਕੜ 'ਚ ਫੈਲੇ ਇਸ ਮਕਾਨ ਦੇ ਹਰ ਕੋਨੇ 'ਚ ਉਹਨੂੰ ਲੱਭਦੀ ਫਿਰਦੀ। ਉਹਨੂੰ ਸਦਾ ਕਿਸੇ ਨਾ ਕਿਸੇ ਗੱਲ ਦੀ ਚਿੰਤਾ ਲੱਗੀ ਹੀ ਰਹਿੰਦੀ। ਜੇ ਨੌਕਰਾਣੀ ਨੂੰ ਲੱਭਣਾ ਨਾ ਹੁੰਦਾ ਤਾਂ ਉਹਨੂੰ ਪਿਛਲੇ ਮੈਦਾਨ 'ਚ ਬਣੇ ਖੂਹ ਦੀ ਯਾਦ ਆ ਜਾਂਦੀ ਅਤੇ ਉਹਨੂੰ ਦੇਖਣ ਭੱਜ ਜਾਂਦੀ ਵੀ ਕਿਤੇ ਪਾਣੀ ਭਰਨ ਵਾਲੀ ਰੱਸੀ ਖੂਹ ਦੇ ਅੰਦਰ ਤਾਂ ਨਹੀਂ ਡਿੱਗ ਪਈ। ਉੱਪਰ ਲੋਹੇ ਦੀ ਘਿਰਨੀ ਨਾਲ ਕੱਸ ਕੇ ਤਾਂ ਬੰਨੀ ਹੋਈ ਹੈ। ਜੇ ਰੱਸੀ ਖੂਹ 'ਚ ਡਿੱਗ ਪਈ ਹੋਈ ਤਾਂ ਇਹਦੇ ਨਤੀਜਿਆਂ 'ਤੇ ਵਿਸਥਾਰ ਨਾਲ ਵਿਚਾਰ ਕਰਦੀ ਅਤੇ ਸੋਚਦੀ ਕਿ ਪਹਿਲਾਂ ਤਾਂ ਅਜਿਹੇ ਕੰਮਾਂ ਲਈ ਕਈ ਲੋਕ ਹੋਇਆ ਕਰਦੇ ਸਨ, ਅਤੇ ਹੁਣ ਕੌਣ ਬਾਜ਼ਾਰ ਜਾ ਕੇ ਨਵੀਂ ਰੱਸੀ ਖਰੀਦੇਗਾ, ਕੌਣ ਖੂਹ 'ਚ ਉਤਰਨ ਵਾਲੇ ਨੂੰ ਬੁਲਾ ਕੇ ਲਿਆਏਗਾ ਅਤੇ ਜੋ ਹੁੱਕ ਨਾਲ ਸਹੀ ਢੰਗ ਨਾਲ ਰੱਸੀ ਬੰਨ੍ਹ ਸਕੇ ਤਾਂ ਕਿ ਉਹ ਫਿਰ ਕਦੇ ਅੰਦਰ ਨਾ ਡਿੱਗ ਸਕੇ। ਹਰ ਦਿਨ ਮੇਰੇ ਲਈ ਪ੍ਰੀਖਿਆ ਦਾ ਦਿਨ ਹੁੰਦਾ। ਮੈਂ ਉਹਨੂੰ ਬਰਦਾਸ਼ਤ ਨਾ ਕਰ ਪਾਉਂਦਾ। ਉਹ ਜਦੋਂ ਨੌਕਰਾਣੀ 'ਤੇ ਵਰਦੀ ਤਾਂ ਉਹਦੀਆਂ ਝਿੜਕਾਂ ਅਤੇ ਚੀਕਣ ਦੀਆਂ ਆਵਾਜ਼ਾਂ ਨਾਲ ਮੇਰੀਆਂ ਨਸਾਂ ਫਟਣ ਲੱਗਦੀਆਂ। ਮੈਂ ਕਮਰੇ ਅੰਦਰ ਵੜ ਕੇ ਕੱਸ ਕੇ ਉਹਦਾ ਦਰਵਾਜ਼ਾ ਬੰਦ ਕਰ ਦਿੰਦਾ। ਮੈਨੂੰ ਸ਼ਾਂਤੀ ਚਾਹੀਦੀ ਹੁੰਦੀ ਸੀ ਤਾਂ ਕਿ ਮੈਂ ਉਸ ਸਮੇਂ ਜਿਹੜੀ ਵੀ ਕਿਤਾਬ ਪੜ੍ਹ ਰਿਹਾ ਹੁੰਦਾ, ਜਿਵੇਂ ਰਾਮ ਕ੍ਰਿਸ਼ਨ ਪਰਮਹੰਸ ਦੀ ਜੀਵਨੀ, ਮੈਕਸ ਮੁਲਰ ਦੇ ਅਨੁਵਾਦ ਜਾਂ ਪਲੈਟੋ ਦੀ ਰਿਪਬਲਿਕ, ਉਹਨੂੰ ਅੱਗੇ ਹੋਰ ਪੜ੍ਹਦਾ ਰਹਿ ਸਕਾਂ। ਇਹਨਾਂ ਵਿਦਵਾਨਾਂ ਦੇ ਵਿਚਾਰਾਂ 'ਚ ਡੁੱਬਣਾ ਬੜੇ ਵਡਭਾਗ ਦੀ ਗੱਲ ਸੀ। ਇਹਨਾਂ ਲਈ ਸ਼ਬਦਾਂ ਅਤੇ ਵਾਕਾਂ ਨੂੰ ਪੜ੍ਹ ਕੇ ਉਹਨਾਂ ਦੇ ਅਰਥ ਕੱਢਣ ਵਿੱਚ ਬੜੀ ਮੁਸ਼ੱਕਤ ਕਰਨੀ ਪੈਂਦੀ ਸੀ। ਇਹਨਾਂ ਨੂੰ ਸਮਝਣਾ ਆਸਾਨ ਨਹੀਂ ਸੀ, ਪਰ ਇਹਨਾਂ ਸਾਰਿਆਂ ਦਾ ਮਤਲਬ ਜੋ ਵੀ ਰਿਹਾ ਹੋਏ, ਇਹ ਤੈਅ ਹੈ ਕਿ ਸਾਰੇ ਆਤਮਾ ਦੇ ਮਹੱਤਵ ਨੂੰ ਪ੍ਰਵਾਨਦੇ ਸਨ, ਜਿਹਦੇ ਕਾਰਨ ਮੈਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਆਪਣਾ ਪੂਰਾ ਪ੍ਰੀਖਣ ਕਰਨਾ ਪੈਂਦਾ ਅਤੇ ਸੋਚਣਾ ਹੁੰਦਾ, ਸ਼ੰਭੂ ਕੌਣ ਹੈ ਤੂੰ ਉਹ ਪ੍ਰਾਣੀ ਨਹੀਂ ਹੈ ਜਿਹਦੀ ਠੋਡੀ 'ਤੇ ਥੋੜ੍ਹੀ ਜਿਹੀ ਨੁਕੀਲੀ ਦਾੜੀ ਉੱਗ ਆਈ ਹੈ, ਜਿਹਦੇ ਗੋਡੇ 'ਤੇ ਜ਼ਖਮ ਦਾ ਨਿਸ਼ਾਨ ਹੈ, ਜਿਹੜੇ ਅੰਗੂਠੇ ਦਾ ਨਹੁੰ ਟੁੱਟ ਕੇ ਨੀਲਾ ਪੈ ਗਿਆ। ਤੂੰ ਇਸ ਨਾਲੋਂ ਕਿਤੇ ਵਧੀਆ ਸਮੱਗਰੀ ਦਾ ਬਣਿਆ ਹੈ। ਮੈਂ ਕਲਪਨਾ ਦੇ ਅਨੰਤ ਅਸਮਾਨ 'ਚ ਫੈਲੇ ਗ੍ਰਹਿਆਂ, ਉਪਗ੍ਰਹਿਆਂ, ਉਹਨਾਂ ਦੇ ਕਈ ਵੱਡੇ ਪਿੰਡਾਂ ਦੇ ਸਥਾਈ ਆਵਾਗਮਨ ਦਰਮਿਆਨ ਆਪਣਾ ਰਾਹ ਬਣਾਉਂਦਾ, ਯਾਤਰਾ ਕਰਦਾ, ਜਿਸ ਕਰਕੇ ਆਪਣੇ ਇਸ ਕਮਰੇ ਦੀਆਂ ਘੱਟੇ ਲੱਦੀਆਂ ਕੰਧਾਂ ਅਤੇ ਖਿੜਕੀਆਂ ਦੇ ਬਾਹਰ ਕਬੀਰ ਸਟਰੀਟ ਦੇ ਸ਼ੋਰ ਸ਼ਰਾਬੇ ਅਤੇ ਗਰਦ ਗੁਬਾਰ ਦੀ ਮੈਂ ਅਣਦੇਖੀ ਕਰਕੇ ਆਜ਼ਾਦ ਪ੍ਰਸੰਨ ਹੋ ਸਕਦਾ ਸੀ। ਮੈਂ ਇਹ ਨਜ਼ਾਰਾ ਦੇਖਦਾ ਹੀ ਹੁੰਦਾ, ਉਦੋਂ ਹੀ ਦਰਵਾਜ਼ੇ ਨੂੰ ਜ਼ੋਰ ਨਾਲ ਭੰਨਣ ਦੀ ਆਵਾਜ਼ ਮੇਰਾ ਸੁਪਨਾ ਤੋੜ ਦਿੰਦੀ। ਉਹਦੀ ਕੁਰਖਤ ਆਵਾਜ਼ ਸੁਣਾਈ ਦਿੰਦੀ, ਓਏ ਤੈਨੂੰ ਐਵੇਂ ਦਰਵਾਜ਼ਾ ਬੰਦ ਕਰਕੇ ਬੈਠਣ ਦੀ ਕੀ ਲੋੜ ਹੈ? ਹੁਣ ਇੱਥੇ ਕੌਣ ਹੈ ਜੋ ਤੇਰੀ ਜਾਂ ਕਿਸੇ ਹੋਰ ਦੀ ਸ਼ਾਂਤੀ ਨੂੰ ਭੰਗ ਕਰੇ? ਪਹਿਲਾਂ ਗੱਲ ਹੋਰ ਸੀ ਜਦੋਂ, ਅਤੇ ਹੁਣ ਤੂੰ ਕਿਸ ਕੋਲੋਂ ਬਚਣਾ ਚਾਹੁੰਦਾ? ਅਤੇ ਮੈਂ ਚੁੱਪਚਾਪ ਬੈਠਾ ਦੇਖਦਾ ਰਹਿੰਦਾ। ਮੈਂ ਜਾਣਦਾ ਸੀ ਮਾਂ ਯੁੱਧ ਲਈ ਤਿਆਰ ਹੈ, ਪਰ ਮੈਂ ਆਪਣੇ ਜੀਵਨ 'ਚ ਅਜੇ ਯੁੱਧ ਨੂੰ ਪ੍ਰਵੇਸ਼ ਨਹੀਂ ਕਰਨ ਦਿੱਤਾ ਸੀ। ਉਹਦੇ ਸਿਰ ਦੇ ਚਾਰੇ ਪਾਸੇ ਪ੍ਰਕਾਸ਼ ਮੰਡਲ ਵਾਂਗ ਖਿਲਰੇ ਭੂਰੇ ਵਾਲਾਂ, ਅੱਖਾਂ 'ਚ ਚਮਕਦੀਆਂ ਚੰਗਿਆੜੀਆਂ ਕਾਰਨ ਉਹ ਡਰਾਉਣੀ ਲੱਗਣ ਲੱਗਦੀ। ਮੈਂ ਬੜਾ ਡਰ ਜਾਂਦਾ ਅਤੇ ਸੋਚਦਾ ਕਿ ਜ਼ਰਾ ਜਿੰਨਾ ਗਲਤ ਕਦਮ ਚੁੱਕਣ ਨਾਲ ਲਾਟਾਂ ਨਿਕਲਣ ਲੱਗ ਜਾਣਗੀਆਂ। ਮੈਂ ਨਹੀਂ ਜਾਣਦਾ ਸੀ ਕਿ ਪਿਤਾ ਜੀ ਦੀ ਮੌਤ ਤੋਂ 6 ਮਹੀਨਿਆਂ ਬਾਅਦ ਹੀ ਉਸ 'ਚ ਇੰਨਾ ਬਦਲਾਅ ਕਿਵੇਂ ਆ ਗਿਆ। ਪਹਿਲਾਂ ਥੋੜ੍ਹੇ ਸਮੇਂ ਤੱਕ ਤਾਂ ਉਹ ਦੁਖੀ ਅਤੇ ਉਦਾਸ ਰਹੀ, ਬਹੁਤ ਘੱਟ ਬੋਲਦੀ, ਪੂਜਾ ਪਾਠ 'ਚ ਲੱਗੀ ਰਹਿੰਦੀ,
ਹਲਕੀ ਮੱਧਮ ਆਵਾਜ਼ 'ਚ ਭਜਨ ਗਾਇਆ ਕਰਦੀ। ਘਰ ਦਾ ਸਾਰਾ ਬੰਦੋਬਸਤ ਵੀ ਉਹ ਸ਼ਾਂਤੀਪੂਰਵਕ ਕਰਦੀ ਰਹਿੰਦੀ। ਕਿੱਥੇ ਕੀ ਹੋ ਰਿਹਾ ਇਸ ਵੱਲ ਜ਼ਿਆਦਾ ਧਿਆਨ ਨਾ ਦਿੰਦੀ। ਉਹਨੇ ਮੈਨੂੰ ਵੀ ਕਾਫੀ ਇਕੱਲਾ ਛੱਡਤਾ ਸੀ। ਬਸ ਕਦੇ ਕਦੇ ਮੈਨੂੰ ਇੰਨਾ ਕਹਿ ਦਿੰਦੀ ਕਿ ਪੜ੍ਹ ਲਿਖ ਕੇ BA ਪਾਸ ਕਰ ਲਵੇਂ ਤਾਂ ਚੰਗਾ ਹੈ। ਉਨੀ ਦਿਨੀ ਪਿਤਾ ਜੀ ਨਾਲ ਜੁੜੇ ਕਾਫੀ ਸਾਰੇ ਆਲਤੂ ਫਾਲਤੂ ਲੋਕ ਘਰ 'ਚ ਇੱਧਰ ਉੱਧਰ ਪਏ ਹੀ ਰਹਿੰਦੇ। ਜਦੋਂ ਤੱਕ ਉਹ ਇੱਥੇ ਰਹੇ ਉਦੋਂ ਤੱਕ ਮਾਂ ਪਿੱਛੇ ਰਹਿ ਕੇ ਕੰਮ ਕਾਜ ਦੇਖਦੀ ਰਹੀ। ਉਹਦਾ ਵਤੀਰਾ ਵੀ ਬੜਾ ਸ਼ਾਂਤ ਰਿਹਾ। ਫਿਰ ਜਦੋਂ ਮੈਂ ਇੱਕ ਇੱਕ ਕਰਕੇ ਸਾਰਿਆਂ ਨੂੰ ਘਰੋਂ ਬਾਹਰ ਕਰ ਦਿੱਤਾ, ਜਿਨ੍ਹਾਂ 'ਚੋਂ ਆਖਰੀ ਆਦਮੀ ਇੱਕ ਇੰਜੀਨੀਅਰ ਸੀ ਜੋ ਆਪਣੇ ਭਰਾਵਾਂ ਤੋਂ ਬਚਣ ਲਈ ਜੋ ਉਹਨੂੰ ਜ਼ਹਿਰ ਦੇਣਾ ਚਾਹੁੰਦੇ ਸੀ ਇੱਥੇ ਰਹਿਣ ਲੱਗਾ ਸੀ, ਅਤੇ ਜਿਹਨੂੰ ਘਰੋਂ ਕੱਢਣ ਲਈ ਗੁਆਂਢੀਆਂ ਦੀ ਅਤੇ ਐਂਬੂਲੈਂਸ ਦੇ ਡਰਾਈਵਰ ਦੀ ਮਦਦ ਲੈਣੀ ਪਈ ਸੀ। ਇਹ ਤੋਂ ਬਾਅਦ ਮਾਂ ਨੇ ਸੁੱਖ ਦਾ ਸਾਹ ਲਿਆ। ਸ਼ਾਇਦ ਹੁਣ ਮੰਨ ਲਿਆ ਸੀ ਕਿ ਹੁਣ ਉਹ ਜੋ ਮਰਜ਼ੀ ਆਵੇ ਕਰਨ ਲਈ ਆਜ਼ਾਦ ਹੈ। ਇਸ ਤੋਂ ਬਾਅਦ ਉਹਨੇ ਮੇਰੇ ਖਿਲਾਫ ਪਹਿਲਾ ਕੰਮ ਇਹ ਕੀਤਾ ਕਿ ਪਿਤਾ ਜੀ ਦੇ ਕਮਰੇ ਨੂੰ ਤਾਲਾ ਮਾਰ ਦਿੱਤਾ। ਇਹ ਦੇਖ ਮੈਂ ਹੱਕਾ ਬੱਕਾ ਰਹਿ ਗਿਆ, ਕਿਉਂਕਿ ਇਸ ਕਰਕੇ ਕਿਤਾਬਾਂ ਤੱਕ ਮੇਰੀ ਪਹੁੰਚ ਖਤਮ ਹੋ ਗਈ ਸੀ। ਉਹ ਕਿਉਂਕਿ ਘਰ ਦੇ ਵਿਚਕਾਰਲੇ ਹਿੱਸੇ 'ਚ ਰਹਿੰਦੀ ਸੀ, ਇਸ ਲਈ ਜਦੋਂ ਕਦੇ ਮੈਂ ਕਿਸੇ ਕਿਤਾਬ ਨੂੰ ਦੇਖਣਾ ਚਾਹੁੰਦਾ ਮੈਨੂੰ ਚਾਬੀ ਮੰਗਣ ਲਈ ਉਹਦੇ ਪਿੱਛੇ ਪਿੱਛੇ ਭੱਜਣਾ ਪੈਂਦਾ। ਪਹਿਲਾਂ ਤਾਂ ਉਹ ਸਾਫ਼ ਮਨਾ ਕਰ ਦਿੰਦੀ, ਕਹਿੰਦੀ ਪਹਿਲਾਂ ਆਪਣੀਆਂ ਸਕੂਲ ਦੀਆਂ ਕਿਤਾਬਾਂ ਪੜ੍ਹ, ਪ੍ਰੀਖਿਆ ਪਾਸ ਕਰ। ਡਿਗਰੀ ਲੈਣ ਤੋਂ ਬਾਅਦ ਇਹ ਵੱਡੀਆਂ ਵੱਡੀਆਂ ਕਿਤਾਬਾਂ ਪੜ੍ਹਨ 'ਚ ਕਾਫੀ ਸਮਾਂ ਮਿਲੇਗਾ। ਵੈਸੇ ਵੀ ਇਹ ਕਿਤਾਬਾਂ ਤੇਰੀ ਸਮਝ 'ਚ ਨਹੀਂ ਆਉਣਗੀਆਂ। ਪਤਾ ਹੈ ਤੇਰੇ ਪਿਤਾ ਜੀ ਕੀ ਕਹਿੰਦੇ ਸੀ? ਕਿ ਕਿਤਾਬਾਂ ਉਹਦੀ ਸਮਝ 'ਚ ਬਿਲਕੁਲ ਨਹੀਂ ਆਉਂਦੀਆਂ। ਹੁਣ ਦੱਸਾਂ ਕਿ ਉਹ ਠੀਕ ਹੀ ਕਹਿੰਦੇ ਸੀ। ਕਿਤਾਬਾਂ ਉਹਨਾਂ ਦੀ ਪਿੱਠ ਦੇ ਪਿੱਛੇ ਹੁੰਦੀਆਂ ਸੀ। ਇਸ 'ਤੇ ਮਾਂ ਇੱਕਦਮ ਨਾਰਾਜ਼ ਹੋ ਜਾਂਦੀ ਅਤੇ ਕਹਿੰਦੀ, ਇਸ ਤਰ੍ਹਾਂ ਵੱਡਿਆਂ ਦਾ ਮਜ਼ਾਕ ਨਹੀਂ ਉਡਾਉਂਦੇ, ਇਹਨਾਂ ਨੇ ਤੈਨੂੰ ਪਾਲ ਪੋਸ ਕੇ ਵੱਡਾ ਕੀਤਾ। ਅਤੇ ਇੰਨਾ ਕਹਿ ਕੇ ਉਹ ਨਾਟਕੀ ਢੰਗ ਨਾਲ ਪਿੱਛੇ ਮੁੜਦੀ। ਮੈਨੂੰ ਉਹਦੇ ਹਾੜੇ ਕੱਢਣੇ ਪੈਂਦੇ, ਮਾਂ ਚਾਬੀ ਦੇ ਦੇ ਨਾ। ਉਦੋਂ ਮੈਂ ਕਾਫੀ ਛੋਟਾ ਸੀ, ਇਸ ਲਈ ਨਿਰੁਤਸ਼ਾਹਤ ਨਾ ਹੁੰਦਾ। ਅੰਤ 'ਚ ਉਹ ਕਹਿੰਦੀ, ਲੈ ਪਰ ਕਿਤਾਬਾਂ ਨਾਲ ਗੜਬੜੀ ਨਾ ਕਰੀ, ਬੜਾ ਜ਼ਿੱਦੀ ਹੈ ਤੂੰ। ਇਸ ਨਾਲ ਅੱਧੀ ਦ੍ਰਿੜਤਾ ਵੀ ਜੇ ਤੂੰ ਪੜ੍ਹਨ 'ਚ ਦਿਖਾਵੇਂ। ਉਹਦੀ ਇਸ ਗੱਲ ਤੋਂ ਮੈਨੂੰ ਸਖਤ ਖਿਝ ਸੀ। ਉਹ ਧਿਆਨ ਅਤੇ ਡਿਗਰੀ ਨੂੰ ਇੰਨਾ ਜ਼ਰੂਰੀ ਕਿਉਂ ਸਮਝਦੀ ਹੈ? ਉਹਦੇ ਸੋਚਣ ਸਮਝਣ ਦਾ ਢੰਗ ਪੁਰਾਣਾ ਹੈ। ਉਹਦੀ ਭੈਣ ਦੇ ਮਦਰਾਸ ਵਾਲੇ ਬੇਟੇ ਗ੍ਰੈਜੂਏਟ ਸਨ ਅਤੇ ਮੇਰੀ ਪੜ੍ਹਾਈ ਨੂੰ ਲੈ ਕੇ ਉਹਨੂੰ ਰਿਸ਼ਤੇਦਾਰੀ 'ਚ ਸ਼ਰਮਿੰਦਾ ਹੋਣਾ ਪੈਂਦਾ ਸੀ। ਮੇਰੇ ਵੱਲੋਂ ਆਖਰੀ ਤੌਰ 'ਤੇ ਪੜ੍ਹਾਈ ਖ਼ਤਮ ਕਰਨ ਤੋਂ ਪਹਿਲਾਂ ਜਦੋਂ ਵੀ ਮੈਂ ਮੈਟ੍ਰਿਕ 'ਚੋਂ ਫੇਲ ਹੁੰਦਾ, ਉਹ ਚੀਕਦੀ, ਫਿਰ ਫੇਲ ਹੋ ਗਿਆ, ਬੇਵਕੂਫ, ਗਧਾ, ਸ਼ਰਮ ਕਰ। ਮੈਂ ਵੀ ਚੀਕ ਕੇ ਜਵਾਬ ਦਿੰਦਾ, ਮੈਂ ਕੀ ਕਰਾਂ, ਤੂੰ ਸਮਝਦੀ ਹੈ ਕਿ ਨੰਬਰ ਬਾਜ਼ਾਰੋਂ ਖਰੀਦੇ ਜਾ ਸਕਦੇ ਹੈ। ਇਸ ਤਰੀਕੇ ਦੀ ਥੋੜ੍ਹੀ ਜਿਹੀ ਬਹਿਸ ਤੋਂ ਬਾਅਦ ਉਹ ਇੱਕ ਕੋਨੇ 'ਚ ਬੈਠ ਕੇ ਰੋਣ ਲੱਗਦੀ। ਕੋਈ ਹੋਰ ਕੰਮ ਨਾ ਕਰਦੀ, ਨਾ ਕਮਰੇ 'ਚ ਜਾ ਕੇ ਭਗਵਾਨ ਸਾਹਮਣੇ ਰੋਜ਼ ਵਾਂਗ ਦੀਵਾ ਹੀ ਬਾਲਦੀ। ਸਾਰੇ ਘਰ 'ਚ ਸੋਗ ਜਿਹਾ ਪਸਰ ਜਾਂਦਾ, ਚੁਫੇਰੇ ਚੁੱਪੀ ਫੈਲ ਜਾਂਦੀ, ਸਾਰੇ ਕੰਮ ਕਾਜ ਬੰਦ ਹੋ ਜਾਂਦੇ। ਇੰਨੇ ਵੱਡੇ ਘਰ 'ਚ ਅਸੀਂ ਸਾਰੇ ਪੱਥਰ ਦੀਆਂ ਮੂਰਤਾਂ ਵਾਂਗ ਤੁਰਦੇ ਫਿਰਦੇ। ਇਸ ਵਾਤਾਵਰਨ ਤੋਂ ਮੈਂ ਬੜਾ ਪਰੇਸ਼ਾਨ ਹੋ ਕੇ ਬਾਹਰ ਕਿਤੇ ਵੀ ਸਕੂਨ ਦੀ ਭਾਲ ਵਿੱਚ ਨਿਕਲ ਤੁਰਦਾ। ਲਾਇਬ੍ਰੇਰੀ 'ਚ ਜਾਂ ਕਾਲਜ ਦੇ ਖੇਡ ਦੇ ਮੈਦਾਨ 'ਚ, ਅਤੇ ਸਭ ਤੋਂ ਜ਼ਿਆਦਾ ਬੋਰਡਲੈਸ ਭੋਜਨਾਲਾ ਵਿੱਚ, ਜਿੱਥੇ ਸਾਥੀਆਂ ਨਾਲ ਮੈਂ ਸਮਾਂ ਬਿਤਾ ਸਕਦਾ ਸੀ। ਪਹਿਲਾਂ ਵਾਂਗ ਅੱਜ ਜਦੋਂ ਮੈਂ ਬੋਰਡਲੈਸ ਭੋਜਨਾਲੇ ਤੋਂ ਘਰ ਪਰਤਿਆ, ਉਸ 'ਚ ਹਨੇਰਾ ਛਾਇਆ ਸੀ, ਸਗੋਂ ਹਾਲ 'ਚ ਰੌਸ਼ਨੀ ਬਲਦੀ ਹੋਈ ਪਾਈ। ਮੈਂ ਦੰਗ ਰਹਿ ਗਿਆ। ਮੈਂ ਆਪਣੇ ਕਮਰੇ ਵੱਲ ਕੁਝ ਕਦਮ ਪੁੱਟੇ, ਫਿਰ ਰੁਕ ਗਿਆ। ਹਾਲ 'ਚ ਮੈਨੂੰ ਗੱਲਬਾਤ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਮਾਂ ਸਭ ਤੋਂ ਜ਼ਿਆਦਾ ਉੱਚੀ ਬੋਲ ਰਹੀ ਸੀ, ਜਿਵੇਂ ਉਹ ਆਪਣੀ ਜਵਾਨੀ ਵੇਲੇ ਬੋਲਦੀ ਹੋਏਗੀ। ਕਹਿ ਰਹੀ ਸੀ, ਮੇਰਾ ਬੇਟਾ ਬੁਰਾ ਨਹੀਂ ਹੈ, ਇਹਨੂੰ ਬੁਰਾ ਬਣ ਕੇ ਘੁੰਮਣਾ ਚੰਗਾ ਲੱਗਦਾ ਹੈ। ਜੇ ਅਸੀਂ ਗੰਭੀਰਤਾ ਨਾਲ ਗੱਲ ਕਰੀਏ ਤਾਂ ਮੇਰਾ ਕਿਹਾ ਮੰਨ ਲਏਗਾ। ਦੂਸਰੀ ਆਵਾਜ਼ ਕਾਫੀ ਖੁਸ਼ਕ ਸੀ, ਕਹਿ ਰਹੀ ਸੀ, ਤੈਨੂੰ ਉਹਨੂੰ ਇੰਨੀ ਆਜ਼ਾਦੀ ਨਹੀਂ ਦੇਣੀ ਚਾਹੀਦੀ ਸੀ। ਜਵਾਨ ਲੜਕੇ ਬੁਰਾ ਭਲਾ ਸਮਝਦੇ ਹੀ ਨਹੀਂ, ਇਹ ਕੰਮ ਉਹਨਾਂ ਦੇ ਵੱਡਿਆਂ ਦਾ ਹੁੰਦਾ ਹੈ। ਮੈਂ ਲੱਜਤ ਹੋਣ ਲੱਗਾ, ਸੋਚਣ ਲੱਗਾ ਕਿ ਬਿਨਾਂ ਆਵਾਜ਼ ਕੀਤਿਆਂ ਆਪਣੇ ਕਮਰੇ 'ਚ ਕਿਵੇਂ ਪਹੁੰਚਾਂ ਅਤੇ ਕਿਵੇਂ ਦਰਵਾਜ਼ੇ ਦਾ ਤਾਲਾ ਖੋਲ੍ਹਾਂ। ਉਹਦਾ ਖੜਕਾ ਸੁਣ ਕੇ ਜੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਮੈਂ ਆ ਗਿਆ ਤਾਂ ਉਹਨਾਂ ਦਾ ਧਿਆਨ ਮੇਰੇ ਵੱਲ ਪਲਟ ਜਾਏਗਾ। ਮੇਰਾ ਕਮਰਾ ਵਰਾਂਡੇ ਦੇ ਅਖੀਰ 'ਚ ਸੀ ਅਤੇ ਖਿੜਕੀ ਥਾਣੀ ਲੰਘਦਿਆਂ ਹੀ ਮੈਂ ਉਹਨਾਂ ਨੂੰ ਦਿਸ ਜਾਵਾਂਗਾ। ਮੈਂ ਬੜਾ ਪਰੇਸ਼ਾਨ ਹੋ ਗਿਆ। ਹੁਣ ਮੈਂ ਬੋਰਡਲੈਸ ਵਾਪਸ ਵੀ ਨਹੀਂ ਜਾ ਸਕਦਾ ਸੀ, ਇਸ ਲਈ ਮੈਂ ਘਰ ਦੇ ਬਾਹਰ ਬਣੇ ਚਬੂਤਰੇ 'ਤੇ ਖੰਭੇ ਨਾਲ ਢੋਅ ਲਾ ਕੇ ਬੈਠ ਗਿਆ। ਉੱਥੇ ਪੈਰ ਪਸਾਰ ਲਏ ਤਾਂ ਕਿ ਜੇ ਲੋੜ ਪਈ ਤਾਂ ਸਾਰੀ ਰਾਤ ਇੱਥੇ ਹੀ ਬਿਤਾਉਣ ਦਾ ਫੈਸਲਾ ਕਰਕੇ ਬੰਦੋਬਸਤ ਕਰਨ ਲੱਗਾ, ਕਿਉਂਕਿ ਉਹਨਾਂ ਦੀ ਗੱਲਬਾਤ ਤੋਂ ਇਹ ਨਹੀਂ ਲੱਗਦਾ ਕਿ ਇਹ ਕਦੇ ਖ਼ਤਮ ਵੀ ਹੋਏਗੀ। ਖੁਸ਼ਕ ਆਵਾਜ਼ ਕਹਿ ਰਹੀ ਸੀ, ਪਰ ਇਹ ਇੰਨੀ ਰਾਤ ਤੱਕ ਕਿੱਥੇ ਰਹਿੰਦਾ ਹੈ? ਜਵਾਬ 'ਚ ਮਾਂ ਨੇ ਕਿਹਾ, ਕਦੇ ਇੱਥੇ ਕਦੇ ਉੱਥੇ, ਜ਼ਿਆਦਾ ਸਮਾਂ ਤਾਂ ਉਹ ਲਾਇਬ੍ਰੇਰੀ 'ਚ ਹੀ ਲੰਘਾਉਂਦਾ ਹੈ। ਉਹਨੂੰ ਕਿਤਾਬਾਂ ਦਾ ਬੜਾ ਸ਼ੌਕ ਹੈ। ਮੈਨੂੰ ਖੁਸ਼ੀ ਹੋਈ ਕਿ ਮਾਂ ਨੇ ਇਹ ਗੱਲ ਕਹੀ। ਮੈਂ ਨਹੀਂ ਜਾਣਦਾ ਸੀ ਕਿ ਮਾਂ ਮੇਰੇ ਬਾਰੇ ਇੰਨੀ ਚੰਗੀ ਰਾਏ ਰੱਖਦੀ ਹੈ, ਤਾਂ ਮੈਨੂੰ ਆਪਣੇ ਮਨ 'ਚ ਪਿਆਰ ਵੀ ਬੜਾ ਕਰਦੀ ਹੋਏਗੀ, ਹਾਲਾਂਕਿ ਉੱਪਰੋਂ ਕਦੇ ਦਿਖਾਉਂਦੀ ਨਹੀਂ ਸੀ।
ਮੇਰੇ ਲਈ ਇਹ ਬਿਲਕੁਲ ਨਵੀਂ ਜਾਣਕਾਰੀ ਸੀ। ਮੈਨੂੰ ਲੱਗਾ ਉੱਠ ਕੇ ਚੀਕਾਂ, ਮਾਂ ਤੂੰ ਕਿੰਨੀ ਚੰਗੀ ਹੈ ਜੋ ਮੇਰੇ ਬਾਰੇ ਅਜਿਹਾ ਸੋਚਦੀ ਹੈ, ਤੂੰ ਮੈਨੂੰ ਹੁਣ ਤੱਕ ਇਹ ਕਿਹਾ ਕਿਉਂ ਨਹੀਂ? ਪਰ ਮੈਂ ਸ਼ਾਂਤ ਬਣਿਆ ਰਿਹਾ। ਉਹਨੇ ਪੁੱਛਿਆ ਪਰ ਉਹ ਕਰਨਾ ਕੀ ਚਾਹੁੰਦਾ ਹੈ? ਮਾਂ ਨੇ ਕਿਹਾ ਉਹਦੀਆਂ ਕੁਝ ਵੱਡੀਆਂ ਯੋਜਨਾਵਾਂ ਹਨ, ਪਰ ਉਹਨਾਂ ਬਾਰੇ ਉਹ ਦੱਸਦਾ ਨਹੀਂ। ਉਹ ਬੜਾ ਡੂੰਘਾ ਅਤੇ ਭਾਵੁਕ ਹੈ। ਉਹ ਚਾਹੁੰਦਾ ਹੈ ਕਿ ਬਹੁਤ ਵੱਡਾ ਵਿਦਵਾਨ ਬਣੇ, ਇਸ ਲਈ ਉਹ ਪੜ੍ਹੇ ਲਿਖੇ ਲੋਕਾਂ ਨਾਲ ਵੱਧ ਸਮਾਂ ਬਿਤਾਉਂਦਾ ਹੈ। ਮੇਰੀ ਬੇਟੀ ਵੀ ਬੜੀ ਵਿਦਵਾਨ ਹੈ, ਕਿਤਾਬਾਂ ਵੀ ਪੜ੍ਹਦੀ ਰਹਿੰਦੀ ਹੈ। ਸ਼ੰਭੂ ਦੇ ਪਿਤਾ ਜੀ ਜੋ ਵੱਡੀਆਂ ਵੱਡੀਆਂ ਕਿਤਾਬਾਂ ਛੱਡ ਗਏ, ਉਹ ਸਾਰੀਆਂ ਉਹਨੇ ਪੜ੍ਹ ਲਈਆਂ। ਕਈ ਵਾਰ ਮੈਨੂੰ ਉਹਦੇ ਹੱਥੋਂ ਕਿਤਾਬਾਂ ਖੋਹਣੀਆਂ ਪੈ ਜਾਂਦੀਆਂ ਤਾਂ ਕਿ ਉਹ ਨਹਾ ਧੋ ਕੇ ਖਾਣਾ ਖਾ ਲਵੇ। ਕਿਸੇ MA ਪਾਸ ਨੇ ਵੀ ਇੰਨੀਆਂ ਕਿਤਾਬਾਂ ਨਹੀਂ ਪੜ੍ਹੀਆਂ ਹੋਣਗੀਆਂ। ਮੈਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹ ਜ਼ਿੰਦਗੀ 'ਚ ਕੀ ਕਰਦਾ ਹੈ, ਪਰ ਕੋਈ ਪੋਜੀਸ਼ਨ ਜਾਂ ਨੌਕਰੀ ਮਿਲਣ ਨਾਲ ਆਦਮੀ ਦੀ ਇੱਜ਼ਤ ਵੱਧ ਜਾਂਦੀ ਹੈ। ਇਸ ਗੱਲ ਦੀ ਹਿਮਾਇਤ ਵਿੱਚ ਉਹਨੇ ਇੱਕ ਸੰਸਕ੍ਰਿਤ ਦਾ ਸ਼ਲੋਕ ਵੀ ਬੋਲਿਆ, ਖੈਰ ਮੈਂ ਬਸ ਨਹੀਂ ਚਾਹੂੰਗਾ ਕਿ ਉਹ ਚੰਗਾ ਪਤੀ ਸਾਬਤ ਹੋਵੇ। ਮੇਰੀ ਜਾਇਦਾਦ 'ਚ ਮੇਰੀ ਬੇਟੀ ਦਾ ਹਿੱਸਾ। ਇਸ ਤੋਂ ਬਾਅਦ ਉਹਦੀ ਆਵਾਜ਼ ਫੁਸਫੁਸਾਹਟ 'ਚ ਬਦਲ ਗਈ। ਇਸੇ ਤਰ੍ਹਾਂ ਸਾਰੇ ਲੋਕ ਗੱਲਾਂ ਕਰਨ ਲੱਗੇ। ਸਵੇਰੇ ਜਦੋਂ ਮਾਂ ਦਰਵਾਜ਼ੇ ਦੀਆਂ ਪੌੜੀਆਂ ਸਾਫ਼ ਕਰਕੇ ਡਿਉੜੀ ਧੋਣ ਲਈ ਜੋ ਪਿਛਲੇ 1000 ਸਾਲਾਂ ਤੋਂ ਲੋਕ ਕਰਦੇ ਆਏ ਸਨ ਬਾਹਰ ਆਈ ਤਾਂ ਚਬੂਤਰੇ 'ਤੇ ਮੈਨੂੰ ਸੌਂਦਾ ਵੇਖ ਕੇ ਦੰਗ ਰਹਿ ਗਈ। ਰਾਤ ਨੂੰ ਸੋਚਦਿਆਂ ਸੁਣਦਿਆਂ ਕਿਸੇ ਵੇਲੇ ਮੈਨੂੰ ਨੀਂਦ ਆ ਗਈ ਹੋਏਗੀ। ਮੇਰਾ ਖਿਆਲ ਹੈ ਰਾਤ ਨੂੰ ਬੜੀ ਦੇਰ ਤੱਕ ਉਹ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਦੇ ਰਹੇ। ਉਸ ਜ਼ਮਾਨੇ ਦੀ ਕਿਸੇ ਬੇਵਕੂਫੀ 'ਤੇ ਠਹਾਕੇ ਮਾਰ ਕੇ ਹੱਸਦੇ ਵੀ ਰਹੇ ਅਤੇ ਮੈਂ ਆਪਣੀ ਮਾਂ ਨੂੰ ਇਸ ਤਰ੍ਹਾਂ ਹੱਸਦਿਆਂ ਕਦੇ ਨਹੀਂ ਦੇਖਿਆ ਸੀ। ਮੈਨੂੰ ਲੱਗਦਾ ਹੈ ਕਿ ਆਪਣੇ ਰਿਸ਼ਤੇਦਾਰਾਂ ਅਤੇ ਸਾਥੀਆਂ ਲਈ ਮਾਂ ਦੀ ਸ਼ਖਸੀਅਤ ਬਿਲਕੁਲ ਅਲੱਗ ਕਿਸਮ ਦੀ ਸੀ, ਜਦਕਿ ਮੇਰੇ ਅੱਗੇ ਉਹਦਾ ਖਤਰਨਾਕ ਅਤੇ ਗੰਭੀਰ ਰੂਪ ਜੋ ਕਿ ਹੁਕਮ ਚਲਾਉਂਦੇ ਰਹਿਣ ਕਰਕੇ ਡਾਇਰੈਕਟਰ ਜਨਰਲ ਦਾ ਰੂਪ ਹੀ ਧਾਰ ਲੈਂਦਾ ਸੀ। ਮੈਂ ਬੇਵਕੂਫੀ ਕੀਤੀ ਕਿ ਅਜਿਹੀ ਸਰਵਜਨਿਕ ਥਾਂ 'ਤੇ ਜਾ ਕੇ ਸੌਂ ਗਿਆ ਜਿੱਥੇ ਮੈਨੂੰ ਕਦੇ ਵੀ ਕੋਈ ਫੜ ਲੈਂਦਾ। ਇਹ ਖੁਸ਼ਕਿਸਮਤੀ ਦੀ ਗੱਲ ਰਹੀ ਕਿ ਮਹਿਮਾਨ ਪਿਛਲੇ ਦਰਵਾਜ਼ੇ ਰਾਹੀਂ ਅੰਦਰ ਬਾਹਰ ਜਾਂਦੇ ਰਹੇ, ਉੱਥੋਂ ਹੀ ਬਾਹਰ ਵੀ ਚਲੇ ਗਏ। ਜੇ ਉਹ ਮੈਨੂੰ ਗੇਟ 'ਤੇ ਲੇਟਿਆਂ ਵੇਖ ਲੈਂਦੇ ਤਾਂ ਇਹੀ ਸੋਚਦੇ ਕਿ ਮੈਂ ਜ਼ਰੂਰ ਨਸ਼ੇ 'ਚ ਚੂਰ ਘਰ ਆਇਆ ਹੋਵਾਂਗਾ ਅਤੇ ਮੇਰੇ ਸਾਥੀ ਗੇਟ 'ਤੇ ਛੱਡ ਕੇ ਚਲੇ ਗਏ ਹੋਣਗੇ। ਪਰ ਇਹ ਵੀ ਚੰਗਾ ਹੀ ਹੁੰਦਾ ਜੇ ਉਹ ਮੈਨੂੰ ਇੱਥੇ ਸੌਂਦਾ ਵੇਖ ਲੈਂਦੇ, ਕਿਉਂਕਿ ਤਦ ਮੇਰੀ ਮਾਂ ਦੀ ਮੇਰੇ ਬਾਰੇ ਮਾਰੀ ਸ਼ੇਖੀ ਦੀ ਫੂਕ ਨਿਕਲ ਜਾਂਦੀ। ਮਾਂ ਨੇ ਮੈਨੂੰ ਹੜਬੜਾ ਕੇ ਜਗਾ ਕੇ ਕਿਹਾ, ਸੜਕ 'ਤੇ ਸੌਂ ਰਿਹਾ? ਓਏ ਉੱਠ, ਲੋਕ ਕੀ ਕਹਿਣਗੇ? ਤੂੰ ਆਪਣੇ ਕਮਰੇ 'ਚ ਕਿਉਂ ਨਹੀਂ ਗਿਆ? ਜ਼ਰੂਰ ਤੂੰ ਕਾਫੀ ਲੇਟ ਮੁੜਿਆ ਹੋਏਗਾ, ਪਰ ਇੰਨੀ ਦੇਰ ਤੱਕ ਤੂੰ ਕਰਦਾ ਕੀ ਰਿਹਾ? ਉਹਦੀ ਆਵਾਜ਼ 'ਚ ਜ਼ਬਰਦਸਤ ਡਰ ਸੀ। ਸ਼ਾਇਦ ਇਹ ਸ਼ੱਕ ਵੀ ਸੀ ਕਿ ਮੈਂ ਜ਼ਰੂਰ ਸ਼ਰਾਬ ਪੀਤੀ ਸੀ। ਇਹੀ ਨਹੀਂ, ਗਲਤ ਕੰਮ ਵੀ ਕਰ ਰਿਹਾ ਸੀ। ਦਰਅਸਲ ਉਨੀ ਦਿਨੀ ਕਸਬੇ 'ਚ ਨਵੇਂ ਖੁੱਲ੍ਹੇ ਨਾਈਟ ਕਲੱਬ ਕਿਸਮਤ ਦੀ ਬੜੀ ਚਰਚਾ ਸੀ। ਨਿਊ ਐਕਸਟੈਂਸ਼ਨ ਵਿੱਚ ਇਹ ਖੁੱਲ੍ਹਿਆ ਸੀ ਅਤੇ ਨੌਜਵਾਨ ਇਸ ਵਿੱਚ ਆਪਣੀਆਂ ਰਾਤਾਂ ਗੁਜ਼ਾਰਨ ਲੱਗੇ ਸੀ। ਜ਼ਰੂਰ ਕੋਈ ਇਹਦਾ ਜ਼ਿਕਰ ਕਰ ਰਿਹਾ ਹੋਏਗਾ ਅਤੇ ਇਹ ਗੱਲ ਮਾਂ ਦੇ ਕੰਨੀ ਪੈ ਗਈ ਹੋਏਗੀ। ਮੈਂ ਅੱਧਾ ਜਾਗਿਆ ਸੀ ਅਤੇ ਉਹਨੇ ਫੁਸਫੁਸਾਉਂਦਿਆਂ ਮੈਨੂੰ ਕਿਹਾ, ਤੂੰ ਪਹਿਲੇ ਆਪਣੇ ਕਮਰੇ 'ਚ ਚੱਲ। ਕਿਉਂ? ਉੱਠ ਕੇ ਬਹਿੰਦਿਆਂ ਮੈਂ ਪੁੱਛਿਆ। ਮੈਂ ਨਹੀਂ ਚਾਹੁੰਦੀ ਲੋਕ ਤੈਨੂੰ ਇੱਥੇ ਦੇਖਣ। ਜਦੋਂ ਮੈਂ ਆਇਆ ਉਦੋਂ ਤੂੰ ਕਿਸੇ ਨਾਲ ਗੱਲਾਂ ਕਰ ਰਹੀ ਸੀ, ਇਸ ਲਈ ਮੈਂ ਉਹਦੇ ਭਰੋਸੇ ਲਾਇਕ ਜਵਾਬ ਨਾ ਦੇ ਸਕਿਆ। ਉਹਨੇ ਕੱਸ ਕੇ ਮੇਰੀ ਬਾਂਹ ਫੜ ਲਈ ਅਤੇ ਅੰਦਰ ਖਿੱਚਣ ਲੱਗੀ। ਸ਼ਾਇਦ ਉਹਨੂੰ ਲੱਗਿਆ ਕਿ ਮੈਨੂੰ ਮਦਦ ਦੀ ਲੋੜ ਹੈ। ਮੈਂ ਸਿੱਧਾ ਕਮਰੇ ਵੱਲ ਭੱਜਿਆ ਅਤੇ ਅੰਦਰ ਪਹੁੰਚ ਕੇ ਦਰਵਾਜ਼ਾ ਬੰਦ ਕਰ ਲਿਆ ਅਤੇ ਫਿਰ ਸੌਂ ਗਿਆ। ਮੈਂ ਸੋਚ ਰਿਹਾ ਸੀ ਕਿ ਕਿਤੇ ਮੈਂ ਸੱਚਮੁੱਚ ਇਹ ਤਾਂ ਨਹੀਂ ਕਹਿ ਦਿੱਤਾ ਕਿ ਮੈਂ ਕਿਸਮਤ ਗਿਆ ਸੀ। ਧੰਨਵਾਦ। ਚੱਲਦਾ।